हाँ जी, ਹੈਲੋ ਸਟੂਡੈਂਟਸ। ਅੱਜ ਬੇਸਿਸ ਐਂਡ ਡਾਇਮੈਂਸ਼ਨ ਦਾ ਪਾਰਟ ਸੈਕੰਡ ਕਰਨ ਜਾ ਰਹੇ ਹਾਂ। ਲੀਨੀਅਰ ਅਲਜਬਰਾ ਦਾ ਲੈਕਚਰ ਨੰਬਰ 28। ਜਿਵੇਂ ਕਿ ਤੁਸੀਂ ਦੇਖਿਆ ਇਸ ਤੋਂ ਪਿਛਲੇ ਲੈਕਚਰ 'ਚ ਲੈਕਚਰ ਨੰਬਰ 27 ਵਿੱਚ ਅਸੀਂ ਡੈਫੀਨੇਸ਼ਨ ਪੜ੍ਹੀ ਸੀ ਕਿ ਬੇਸਿਸ ਦੀ ਕੀ ਡੈਫੀਨੇਸ਼ਨ ਆ, ਕਿਸ ਤਰੀਕੇ ਸ਼ੋਅ ਕਰਾਉਣਾ ਕਿ ਗਿਵਨ ਸਬਸੈਟ ਆਫ ਵੈਕਟਰ ਸਪੇਸ ਬੇਸਿਸ ਹੈ ਜਾਂ ਨਹੀਂ। ਉਹ ਅਸੀਂ ਕਾਫੀ ਕੁਐਸਚਨਸ ਵੀ ਕੀਤੇ। ਨੈਕਸਟ ਜਿਹੜੇ ਕੁਐਸਚਨਸ ਆ ਉਹ ਅਸੀਂ 7th ਤੋਂ ਔਨਵਰਡ ਅੱਜ ਦੇ ਇਸ ਲੈਕਚਰ 'ਚ ਕਰਨ ਜਾ ਰਹੇ ਹਾਂ। ਇੱਕ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਮੈਂ ਦੇਣ ਜਾ ਰਿਹਾ ਕਿ ਉਹ ਇਹ ਕਿ ਮੈਂ ਵਾਰ-ਵਾਰ ਕਹਿ ਰਿਹਾ ਸੀ ਤੁਹਾਨੂੰ ਕਿ ਮੈਂ PDF ਪ੍ਰੋਵਾਈਡ ਕਰਵਾਉਣ ਜਾ ਰਿਹਾ ਤੁਹਾਨੂੰ। ਸੋ ਉਹ ਇਸ ਲੈਕਚਰ ਦੇ ਡਿਸਕ੍ਰਿਪਸ਼ਨ ਦੇ ਅੰਦਰ ਕੁਛ ਮੈਂ ਲਿੰਕ ਪਾ ਰਿਹਾ। ਐਕਸਰਸਾਈਜ਼ 2B, ਐਕਸਰਸਾਈਜ਼ 2C ਐਂਡ ਐਕਸਰਸਾਈਜ਼ 2E। ਤੁਸੀਂ ਉਹ PDF ਡਾਊਨਲੋਡ ਕਰ ਸਕਦੇ ਆ। ਕੰਪਲੀਟ ਆ PDF। ਕਹਿਣ ਦਾ ਮੀਨਿੰਗ ਇਹ ਆ ਕਿ ਉਹਦੇ ਵਿੱਚ ਇੱਕ ਇੱਕ ਕੁਐਸਚਨ ਦਾ ਸੋਲੂਸ਼ਨ ਆ, ਇੱਕ ਇੱਕ ਕੁਐਸਚਨ ਦਾ ਮੇਰੇ ਸਟਾਈਲ 'ਚ ਸੋਲੂਸ਼ਨ ਆ। ਅਤੇ ਜੋ ਥੋੜ੍ਹੀਆਂ ਮੁਸ਼ਕਿਲ ਐਗਜ਼ਾਮਪਲ ਆ ਉਹ ਵੀ ਸੋਲਵ ਕੀਤੀਆਂ ਹੋਈਆਂ। ਸੋ ਉਹ ਤੁਸੀਂ ਜ਼ਰੂਰ ਡਾਊਨਲੋਡ ਕਰਿਓ। ਉਹਦਾ ਫਾਇਦਾ ਇਹ ਹੋਏਗਾ ਕਿ ਤੁਹਾਨੂੰ ਵੀਡੀਓ ਨੂੰ ਰੋਕ ਕੇ ਤੁਹਾਨੂੰ ਉਤਾਰਨਾ ਨਹੀਂ ਪਏਗਾ। ਤੁਹਾਨੂੰ ਕੰਪਲੀਟ ਨੋਟਸ ਜਿਹੜੇ ਆ ਉਹ ਮਿਲ ਜਾਣਗੇ। ਵੀਡੀਓ ਡਾਊਨਲੋਡ ਕਰ ਲਓ, ਜਦੋਂ ਮਾਰਕੀਟ ਜਾਓਗੇ ਉਹਨਾਂ ਦੇ ਤੁਸੀਂ ਪ੍ਰਿੰਟ ਆਊਟ ਨਿਕਾਲ ਸਕਦੇ ਆ। ਸੋ ਬਹੁਤ ਮਿਹਨਤ ਕਰਨੀ ਪਈ ਮੈਨੂੰ ਇਸ ਕੰਮ ਦੇ ਲਈ। ਸੋ ਉਮੀਦ ਹੈ ਕਿ ਤੁਸੀਂ ਉਹ ਡਾਊਨਲੋਡ ਜ਼ਰੂਰ ਕਰੋਗੇ। ਸੋ ਨੈਕਸਟ ਕੁਐਸਚਨ ਕਰੀਏ। ਨੈਕਸਟ ਕੁਐਸਚਨ, ਲੈਟ V ਬੀ ਵੈਕਟਰ ਸਪੇਸ ਆਫ ਆਰਡਰਡ ਪੇਅਰਸ ਆਫ ਕੰਪਲੈਕਸ ਨੰਬਰ। ਆਰਡਰਡ ਪੇਅਰ ਇਸ ਟਾਈਪ ਦੇ ਐਲੀਮੈਂਟ ਨੂੰ ਅਸੀਂ ਆਰਡਰਡ ਪੇਅਰ ਕਹਿੰਦੇ ਆ। ਆਰਡਰਡ ਪੇਅਰ ਹੁਣ ਇਹ ਰੀਅਲ ਵੀ ਹੋ ਸਕਦੇ ਆ, ਬਟ ਇਸ ਕੁਐਸਚਨ ਦੇ ਵਿੱਚ ਕੰਪਲੈਕਸ ਨੰਬਰ ਗਿਵਨ ਆ। ਆਰਡਰਡ ਪੇਅਰ ਕੰਪਲੈਕਸ ਦਾ ਓਕੇ ਓਵਰ ਰੀਅਲ ਫੀਲਡ ਆਰ ਸ਼ੋ ਦੈਟ ਦਾ ਸੈਟ B containing these 4 elements is basis of VR where iota is under root of -1। ਸੋ ਇਹ ਹੁਣ ਅਸੀਂ ਕੁਐਸਚਨ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਮਝ ਲਓ ਕਿ ਵੈਕਟਰ ਸਪੇਸ ਕਿਸ ਟਾਈਪ ਦੀ ਆ। ਵੈਕਟਰ ਸਪੇਸ ਗਿਵਨ ਹੈ ਸਾਨੂੰ ਇਸ ਟਾਈਪ ਦੀ। ਉਹਦੇ 'ਚ ਐਲੀਮੈਂਟ ਕੁਛ ਇਸ ਟਾਈਪ ਦੇ ਹੋਣਗੇ A + ਇਓਟਾ B, C + ਇਓਟਾ D। ਆਰਡਰਡ ਪੇਅਰ ਇਹ ਫਸਟ, ਇਹ ਸੈਕਿੰਡ। ਆਰਡਰਡ ਪੇਅਰ, ਇਹ ਆਰਡਰ ਪੇਅਰ ਸਾਨੂੰ ਗਿਵਨ ਆ। ਜੇ ਇਸ ਤਰੀਕੇ ਨਹੀਂ ਕਹਿਣਾ ਤਾਂ ਅਸੀਂ ਆਰਡਰ ਪੇਅਰ ਨੂੰ ਇਸ ਤਰੀਕੇ ਵੀ ਕਹਿ ਸਕਦੇ ਹਾਂ। ਇਸ ਤਰੀਕੇ ਦਾ ਸਾਡੇ ਕੋਲ ਆਰਡਰ ਪੇਅਰ ਆ, ਜਾਂ ਇਹ ਕਹਿ ਲਓ XY ਟਾਈਪ ਦਾ ਆਰਡਰ ਪੇਅਰ ਆ ਐਂਡ XY ਬਿਲੋਂਗਸ ਟੂ ਕੰਪਲੈਕਸ ਨੰਬਰ। XY ਕੰਪਲੈਕਸ ਨੰਬਰ ਇਸ ਤਰੀਕੇ ਵੀ ਅਸੀਂ ਕਹਿ ਸਕਦੇ ਹਾਂ। ਇਸ ਟਾਈਪ ਦੇ ਸਾਡੇ ਕੋਲ ਆਰਡਰ ਪੇਅਰਸ ਆ। XY ਕੀ ਹੈ ਸਾਡੇ ਕੋਲ ਕੰਪਲੈਕਸ ਨੰਬਰਸ ਆ ਆਫ ਕੰਪਲੈਕਸ ਨੰਬਰਸ। ਓਕੇ, ਇੱਕ ਸਾਡੇ ਕੋਲ ਸੈਟ B ਆ, ਇਹ ਸਬਸੈਟ ਆ ਇਹਦਾ। ਉਹਦੇ 'ਚ ਐਲੀਮੈਂਟ ਆ 1 0, ਸੈਕਿੰਡ ਐਲੀਮੈਂਟ ਆ ਇਓਟਾ 0, ਥਰਡ 1 ਇਜ਼ 0 1, ਫੋਰਥ 1 ਇਜ਼ 0 ਇਓਟਾ। ਇਹ 4 ਐਲੀਮੈਂਟਸ ਆ। ਇਹਨੂੰ ਅਸੀਂ ਸ਼ੋਅ ਕਰਨਾ ਬੇਸਿਸ। ਓਕੇ, ਬੇਸਿਸ ਸ਼ੋਅ ਕਰਨ ਦੇ ਲਈ ਮੈਂ ਜਿਵੇਂ ਕਿ ਡੈਫੀਨੇਸ਼ਨ ਦੱਸ ਚੁੱਕਿਆ, 2 ਕੰਮ ਕਰਨੇ ਆ। ਇੱਕ ਤਾਂ ਲੀਨੀਅਰ ਇੰਡੀਪੈਂਡੈਂਟ ਸ਼ੋਅ ਕਰਨਾ ਉਸ ਸੈੱਟ ਨੂੰ। ਦੂਸਰਾ ਕੋਈ ਵੀ ਐਲੀਮੈਂਟ ਲਓ ਇਸ ਵੈਕਟਰ ਸਪੇਸ 'ਚੋਂ, ਉਹ B ਦੇ ਐਲੀਮੈਂਟਸ ਨਾਲ ਲੀਨੀਅਰ ਕੰਬੀਨੇਸ਼ਨ ਬਣਾਉਣਾ ਚਾਹੀਦਾ, ਜਿਹਨੂੰ ਅਸੀਂ ਕਹਿੰਦੇ ਆ L ਲੀਨੀਅਰ ਕੰਬੀਨੇਸ਼ਨ ਆਫ B। ਐਵਰੀ ਐਲੀਮੈਂਟ ਆਫ ਵੈਕਟਰ ਸਪੇਸ ਇਜ਼ ਲੀਨੀਅਰ ਕੰਬੀਨੇਸ਼ਨ ਆਫ ਐਲੀਮੈਂਟਸ ਆਫ B। ਇਹ 2 ਸਟੈਪ ਜਿਹੜੇ ਅਸੀਂ ਇਸ ਕੁਐਸਚਨ 'ਚ ਕਰਨੇ ਆ। ਫਸਟ ਸਟੈਪ ਆ ਜੀ। ਫਸਟ ਸਟੈਪ ਕੀ ਆ? ਟੂ ਸ਼ੋ B is linear independent। ਇਹ ਫਸਟ ਸਟੈਪ ਆ। ਉਹਦੇ ਲਈ ਕੀ ਕਰਨਾ? ਕੰਸੀਡਰ alpha 1 ਫਸਟ ਐਲੀਮੈਂਟ, alpha 2 of second element, alpha 3 into third element, alpha 4 into fourth element is equal to 0। ਸੋ 0 ਵੀ ਕਿਸ ਟਾਈਪ ਦਾ ਹੋਏਗਾ? 0, 0। ਉਹ ਵੀ ਆਰਡਰਡ ਪੇਅਰ 'ਚ ਹੋਏਗਾ 0, 0 ਟਾਈਪ। ਸੋ ਇਕੁਏਟਿੰਗ ਐਲੀਮੈਂਟਸ ਕੀ ਆ ਜਾਏਗਾ ਸਾਡੇ ਕੋਲ? alpha 1 + ਇਓਟਾ alpha 2, ਇਹ ਤਾਂ ਪੋਜੀਸ਼ਨ 0 ਇਜ਼ ਇਕੁਅਲ ਟੂ 0। ਸੈਕਿੰਡ ਕੰਪੋਨੈਂਟ ਨੂੰ ਇਕੁਏਟ ਕਰੋਗੇ ਤਾਂ ਆਏਗਾ ਮੇਰੇ ਕੋਲ 0, 0 alpha 3 + ਇਓਟਾ ਆਫ alpha 4 is equal to 0।
ਸੋ ਇਸ ਜ਼ੀਰੋ ਨੂੰ ਵੀ ਤੁਸੀਂ ਲਿਖ ਸਕਦੇ ਆ ਜ਼ੀਰੋ ਪਲੱਸ ਈਓਟਾ ਜ਼ੀਰੋ, ਇਹਨੂੰ ਇਸ ਤੁਸੀਂ ਲਿਖ ਸਕਦੇ ਆ ਜ਼ੀਰੋ ਪਲੱਸ ਈਓਟਾ ਜ਼ੀਰੋ। ਇਕਵੇਟਿੰਗ ਰੀਅਲ ਐਂਡ ਇਮੈਜਨਰੀ ਪਾਰਟ, ਇਕਵੇਟ ਰੀਅਲ ਐਂਡ ਇਮੈਜਨਰੀ ਪਾर्ट। रियल पार्ट इक्वेट करोगे अल्फ़ा 1 इज़ इक्वल टू ज़ीरो, इमेजनरी पार्ट इक्वेट करोगे अल्फ़ा 2 इज़ इक्वल टू ज़ीरो। इत्थों रियल पार्ट इक्वेट करोगे अल्फ़ा 3 ज़ीरो, इत्थों इमेजनरी पार्ट इक्वेट करोगे अल्फ़ा 4 ज़ीरो। सो ऑल स्केलर्स आर ज़ीरो which implies given vectors are linear independent, or you can say set B is linear independent। so first जो साड़ी कंडीशन सी वो असी सैटिस्फाई करवा दी कि B is linear independent। हुण असी करांगे सैकेंड स्टैप। सैकेंड स्टैप की आ वो हुण असी करने की कोशिश करिए। इधरों मैं थोड़ा जिहा रफ करदा, मैनूं स्पेस की जरूरत है, उम्मीद करदा कि तुहानूं समझ आ गई होएगी। इत्थों मैं थोड़ा जिहा कर देवां रफ। हाँ जी, सैकेंड स्टैप की शो करना। सैकेंड स्टैप सैकेंड आ टू शो एल बी इज़ इक्वल टू वी आर, वैक्टर स्पेस इज़ वी आर। की शो करना, एवरी एलिमेंट ऑफ वैक्टर स्पेस कैन बी रिटन एज लीनियर कंबीनेशन ऑफ एलिमेंट्स ऑफ बी। एवरी एलिमेंट, कोई एक एलिमेंट ले लो इस वैक्टर स्पेस चों, कि किहो जिहा एलिमेंट लोगे, लेट ए प्लस ईओटा बी सी प्लस ईओटा डी बिलोंग्स टू वैक्टर स्पेस। सो वैक्टर स्पेस चों असीं एक एलिमेंट उठा लिया, बिकॉज वैक्टर स्पेस विच की है एलिमेंट कंपलैक्स है। सो असीं कंपलैक्स टाइप के एलिमेंट लिखे सच दैट ए प्लस ईओटा बी सी प्लस ईओटा डी इज़ इक्वल टू बीटा 1 इंटू फर्स्ट एलिमेंट, बीटा 2 सेकेंड एलिमेंट, बीटा 3 थर्ड एलिमेंट, बीटा 4 लीनियर कंबीनेशन च लिख लिया। मैं की कोशिश करता पाया, वैक्टर स्पेस चों कोई एलीमेंट लिया, उन्होंने बी दे एलीमेंट्स नाल लीनियर कंबीनेशन बनाने की कोशिश करता पाया। जे तो मैंने B1 B2 B3 B4 दी वैल्यूज़ मिल जाएंदियाँ तो लीनियर कंबीनेशन बन जाएगा, अदरवाइज़ नहीं बनेगा। सो इक्वेट करोगे इक्वेटिंग फर्स्ट एलिमेंट फर्स्ट कंपोनेंट, सो बीटा 1 प्लस ईओटा बीटा 2। ओके, इदा आ जाएगा साढ़े कोल प्लस आ जाएगा बीटा 3 प्लस ईओटा बीटा 4, इस तरीके आ जाएगा। सो इक्वेट करो फर्दर कंपोनेंट, फर्स्ट नूं फर्स्ट इक्वल रखोगे, विच इंपलाइज ए प्लस ईओटा बी इज़ इक्वल टू बीटा 1 प्लस ईओटा बीटा 2, एंड सेकेंड कंपोनेंट इज़ सी प्लस ईओटा डी बीटा 3 प्लस ईओटा बीटा 4। देन इक्वेटिंग रियल एंड इमेजनरी पार्ट्स, रियल एंड इमेजनरी पार्ट्स इक्वेट करो। सो ए इज़ इक्वल टू बीटा 1, सो और यू कैन से बीटा 1 इज़ इक्वल टू ए। इमेजनरी पार्ट इक्वेट करोगे बीटा 2 इज़ इक्वल टू बी। अगेन कंपेयर रियल पार्ट विच गिव्स बीटा 3 इज़ इक्वल टू सी एंड बीटा 4 इज़ इक्वल टू डी। सो ऑल स्केलर्स की वैल्यू मिल गई। सो पुट इन दिस स्टैप, सो स्टार पुट कर दोगे, पुट इन स्टार पुट करोगे तो की मिलेगा। सो ए प्लस ईओटा बी सी प्लस ईओटा डी इज़ इक्वल टू बीटा 1। वट इज़ बीटा 1? बीटा 1 इज़ ए इंटू 1 0 प्लस बीटा 2 वट इज़ बीटा 2? बीटा 2 इज़ बी ईओटा 0 प्लस बीटा 3 सी
0 1 and beta 4 is D 0 iota। सो ये की है, ये एलीमेंट्स किहदे आ, ये एलीमेंट्स बी दे। सो बिलोंग्स टू लीनियर कंबीनेशन ऑफ बी। ये की बन गया, बी दे एलीमेंट्स दे नाल लीनियर कंबीनेशन बन गया। किस केस विच बनना हुंदा, जदों सानूं उस स्केलर्स की वैल्यू मिल जाती है। स्केलर्स की वैल्यू मिली, मैं उत्थे पुट की, तो की होया, ये वैक्टर स्पेस का एलीमेंट उस बी दे एलीमेंट्स के नाल लीनियर कंबीनेशन बना रहा। ये एलीमेंट किहदा सी, ये एलीमेंट सी वैक्टर स्पेस का। जे वैक्टर स्पेस का एलीमेंट आ, ये तो एल बी नूं भी बिलोंग करता पिया, एल बी च भी है। सो वट इज़ द मीनिंग ऑफ दिस लाइन, दिस इंप्लाइज वैक्टर स्पेस कंटेन्ड इन एल बी। कल समझाया सी ये कंसैप्ट, जे वैक्टर स्पेस का हर एक एलीमेंट एल बी च जा रहा, एल बी च है, तो यदा मीनिंग है वैक्टर स्पेस कंटेन करेगी एल बी च। बट सानू तो ये पता कि जो भी लीनियर कंबीनेशन होणगे वो ऑलवेज कंटेन करनगे वी च। सो बोथ इंप्लाइज एल बी इज़ इक्वल टू वी। ए सैट बी च कंटेन करे, बी एच करे, उस केस में ए तो बी बराबर होंदा। सो सैकेंड कंडीशन भी सैटिस्फाई हो गई। जदों वो सैट जिन्हों असी शो करना वो लीनियर इंडिपेंडेंट भी हो जाए, वो असी शो करा चुके हैं इस केस में। दूसरी कंडीशन एल बी इज़ इक्वल टू वी आर भी असी शो करवा दी, एल बी इज़ इक्वल टू वी आर भी शो हो गई। दोवें कंडीशन हो गई शो। इस तो बाद की लिखोगे, हैंस बी इज़ बी फॉर्म बेसिस, इदा लिखोगे। सो बी फॉर्म बेसिस ऑफ वैक्टर स्पेस। सो ये सी एक क्वेश्चन। उम्मीद करदा कि तुहानूं श्योर है मैं कि तुहानूं समझ आ गई होएगी। हुण असीं करांगे नैक्सट क्वेश्चन। हाँ जी, साडा नैक्सट क्वेश्चन, लेट वी बी वैक्टर स्पेस ऑफ 2 into 2 ऑर्डर मैट्रिसेस ओवर आर, शो दैट द सेट कंटेनिंग दीज 4 एलीमेंट्स फॉर्म बेसिस ऑफ वी आर। देखो वी आर च की गिवन है, वैक्टर स्पेस किस टाइप की है साडे कोल, वो भी पता होनी चाहिए आ। उहदे च 2 into 2 ऑर्डर दियां ऑल मैट्रिसेस आ ऑफ दिस टाइप ए बी सी डी। इस टाइप दियां 2 into 2 ऑर्डर दियां मैट्रिसेस आ ओवर आर। कहने का मीनिंग आ, ओवर आर का की मीनिंग आ कि उहदे एलीमेंट्स आर रियल। सो एक सानू सैट बी गिवन है विच इज़ सबसैट ऑफ दिस वैक्टर स्पेस ऑफ दिस टाइप 1 0 0 0 एंड सेकेंड इज़ 0 1 0 0 एंड थर्ड इज़ 0 0 1 0 एंड फोर्थ वन इज़ 0 0 0 1। ओके, इनू असीं शो करना, ये बेसिस फॉर्म करदा। उहदे लई सब तो पहले असीं इनू शो करांगे लीनियर इंडिपेंडेंट। स्टैप फस्ट की करना, शो टू शो बी इज़ लीनियर इंडिपेंडेंट, कंसिडर अल्फा 1 into फस्ट प्लस अल्फा 2 into सैकेंड। मैं ये भी दस देवां, ये स्टैंडर्ड बेसिस आ, इन्हां दी थां ते कुछ होर भी दिता जा सकदा। ये स्टैंडर्ड आ, याद रखोगे अगे भी काम आउणगे। दीज आर स्टैंडर्ड बेसिस 0 0 0 1 इज़ इक्वल टू 0। हुण इस 0 का मीनिंग की है, 0 ऑफ मैट्रिक्स, दैट इज़ 0 मैट्रिक्स। इस 0 का मीनिंग आ ये वाली मैट्रिक्स ऑफ 2 into 2 ऑर्डर की 0 मैट्रिक्स। सो इनू जे तुसीं सिंपलीफाई करते हैं तो की बन जाता, वो बन जाएगा अल्फा 1 अल्फा 2 अल्फा 3 अल्फा 4। सिंपलीफाई करोगे, सारिया मैट्रिक्स में ऐड करोगे, तुहाडे कोल ये चीज़ आ जाएगी। इक्वेटिंग एलीमेंट्स विच इंप्लाइज अल्फा 1 0 अल्फा 2 0 अल्फा 3 0 अल्फा 4 0। सो ऑल स्केलर्स आर 0। जे ऑल स्केलर्स 0 आ तो तुसीं कह सकते हैं एलीमेंट्स आर लीनियर इंडिपेंडेंट, दैट इज़ सैट बी इज़ लीनियर इंडिपेंडेंट। नाउ सैकेंड स्टैप की शो करना, एल बी इज़ इक्वल टू वी। हुण वो असीं स्टैप करांगे। उम्मीद करदा कि ये तुहानूं स्टैप समझ आ गए होणगे। हुण असीं शो करांगे सैकेंड स्टैप,
टू शो एल बी इज़ इक्वल टू वी आर। कहने का मीनिंग आ वैक्टर स्पेस चो कोई एलीमेंट लाओ वो बी दे एलीमेंट्स दे नाल लीनियर कंबीनेशन बनाएगा। ऐदा हर एक एलीमेंट ही बनाएगा। असी कोई जनरल एलीमेंट लैके ये क्वेश्चन सॉल्व करांगे। लेट ए बी सी डी बिलोंग्स टू वी आर। इस वैक्टर स्पेस चो कोई एक एलीमेंट सिलेक्ट किया सच दैट this element can be written as linear combination elements of B. So tries to make linear combination 0 1 0 0, then beta 3 0 0 1 0, beta 4 0 0 0 1। ਇਹ ਸੀ ਲੀਨੀਅਰ ਕੰਬੀਨੇਸ਼ਨ। ਇੱਧਰ ਤੁਸੀਂ ਉਤਾਰ ਲਿਆ ਹੋਵੇਗਾ। ਇੱਥੋਂ ਮੈਂ ਥੋੜ੍ਹਾ ਜਿਹਾ ਕਰ ਦਿੰਦਾ ਰਫ। ਸੋ ਫਰਦਰ ਸਿੰਪਲੀਫਾਈ ਕਰੋਗੇ ਏ ਬੀ ਸੀ ਡੀ ਐਡ ਕਰ ਦੋਗੇ ਮੈਟ੍ਰਿਸਿਸ। ਉਹ ਆ ਜਾਏਗਾ ਬੀਟਾ 1 ਬੀਟਾ 2 ਬੀਟਾ 3 ਬੀਟਾ 4 ਵਿਚ ਇੰਪਲਾਈਜ਼ from the definition of equality of two matrices. So beta 1 is equal to A, beta 2 is equal to B, beta 3 is equal to C, and beta 4 is equal to D. So put in star this equation denoted by star. So put in star star च put करोगे। So A B C D, what is beta? Beta 1 is A into 1 0 0 0 plus beta 2 is B 0 1 0 0 plus C beta 3 is C 0 0 1 0, beta 4 is D 0 0 0 1। what is this? This is ਲੀਨੀਅਰ ਕੰਬੀਨੇਸ਼ਨ ਆਫ ਐਲੀਮੈਂਟਸ ਆਫ ਬੀ। ਇਹ ਸਾਰੇ ਬੀ ਦੇ ਐਲੀਮੈਂਟ ਆ। ਸੋ ਵੈਕਟਰ ਸਪੇਸ ਦਾ ਐਲੀਮੈਂਟ ਵੈਕਟਰ ਸਪੇਸ ਦੇ ਐਲੀਮੈਂਟ ਨੇ ਕੀ ਕੀਤਾ ਬੀ ਦੇ ਐਲੀਮੈਂਟਸ ਨਾਲ ਬਣਾ ਲਿਆ ਲੀਨੀਅਰ ਕੰਬੀਨੇਸ਼ਨ। ਇਟ ਇੰਪਲਾਈਜ਼ ਸੋ ਵੈਕਟਰ ਸਪੇਸ ਕੰਟੇਨਡ ਇਨ ਐਲ ਬੀ। ਬਟ ਵੈਕਟਰ ਸਪੇਸ ਤਾਂ ਬੜਾ ਹੁੰਦਾ ਬਟ ਹੁੰਦਾ ਕੀ ਆ ਬਟ ਐਲ ਬੀ ਨੂੰ ਕੰਟੇਨ ਕਰਨਾ ਚਾਹੀਦਾ ਬੀ ਆਰ 'ਚ। ਫਰੋਮ ਬੋਥ ਸਟੈਪਸ we can say LB is equal to VR. So second condition भी hold होगी। So which implies B form bases. So B form bases। ਇਹ ਸੀ ਇਹ question number 12। ਹੁਣ ਅਸੀਂ ਕਰਨ ਜਾ ਰਹੇ ਹਾਂ ਨੈਕਸਟ ਕੁਐਸਚਨ। हाँ जी, अज का नैक्सट क्वेश्चन तो मे बी अज का लास्ट ही क्वेश्चन होएगा है शो दैट द सैट शो दैट वैक्टर्स दीज 3 वैक्टर्स ऑफ आर क्यूब फॉर्म बेसिस ऑफ आर क्यूब आर। देखो आर क्यूब आर वैक्टर स्पेस आ। आर क्यूब आर की है साढ़े को वैक्टर स्पेस आ। तो वो एलीमेंट्स तुहानूं पता ही है कि इस टाइप के होंगे एक्स वाई जैड बिलोंग्स टू आर। ओके इसी वैक्टर स्पेस एक वैक्टर्स गिवन है उन्होंने असीं बी सैट च लिख लेंगे। वो वैक्टर्स आ 1 1 1 1 0 1 1 -1 -1 इन्हों असीं शो करना बेसिस। एक सैकेंड पार्ट आ वो की आ फाइंड कोआर्डीनेट वैक्टर्स ऑफ दिस वैक्टर रिलेटिव टू दिस बेसिस। इन्होंने बेसिस के हिसाब नाल ਅਸੀਂ ਇਹਦੇ ਕੋਆਰਡੀਨੇਟ ਫਾਈंड ਕਰਨੇ ਆ। ਉਹ ਸੈਕੰਡ ਪਾਰਟ ਆ। ਪਹਿਲੇ ਫਸਟ ਪਾਰਟ ਤਾਂ ਅਸੀਂ ਇੱਦਾਂ ਦੇ ਬਹੁਤ ਕੁਐਸਚਨ ਕਰ ਚੁੱਕੇ ਹਾਂ। ਫਿਰ ਵੀ ਮੈਂ ਦੁਬਾਰਾ ਇਹ ਅਸੀਂ ਹੁਣ ਕਰ ਰਹੇ ਹਾਂ ਕੁਐਸਚਨ। ਦੇਖੋ ਇਹਦੇ ਵਿੱਚ ਮੈਨੂੰ ਸਿਰਫ ਲੀਨੀਅਰ ਇੰਡੀਪੈਂਡੈਂਟ ਸ਼ੋ ਕਰਨ ਦੀ ਜ਼ਰੂਰਤ ਆ। ਉਹਦਾ ਰੀਜ਼ਨ ਕੀ ਹੈ ਮੈਂ ਪਹਿਲੇ ਵੀ ਸਮਝਾ ਚੁੱਕੇ ਹਾਂ। ਡਿਮੈਂਸ਼ਨ ਆਫ ਆਰ ਕਿਊਬ ਦੀ ਡਿਮੈਂਸ਼ਨ ਕੀ ਹੈ ਮੇਰੇ ਕੋਲ 3। ਨੰਬਰ ਆਫ ਐਲੀਮੈਂਟ ਕਿੰਨੇ ਆ ਨੰਬਰ ਆਫ ਐਲੀਮੈਂਟਸ ਇਨ ਬੀ बी विच एलीमेंट किन्ने आ बी विच एलीमेंट आ 3। सो इक्वल आ दैट्स वाई। सो बी फॉर्म बेसिस
इफ़ एंड ओनली इफ़ बी इज़ लीनियरली इंडिपेंडेंट। सो लीनियर कंबीनेशन तो हुण होएगा ही होएगा ਜਦੋਂ ਡਾਇਮੈਂਸ਼ਨ ਤੇ ਐਲੀਮੈਂਟ ਇਕੁਅਲ ਹੋਣ ਉਸ ਕੇਸ ਵਿੱਚ ਲੀਨੀਅਰ ਕੰਬੀਨੇਸ਼ਨ ਦਾ ਬਣਨਾ ਹੀ ਬਣਨਾ। ਸੋ ਇਹ ਇੱਕ ਨੋਨ ਥਿਓਰਮ ਆ, ਉਹਦੇ ਅਕੋਰਡਿੰਗ ਸਾਨੂੰ ਉਹਨੂੰ ਪ੍ਰੂਫ ਕਰਾਉਣ ਦੀ ਜ਼ਰੂਰਤ ਨਹੀਂ, ਸਿਰਫ ਅਸੀਂ ਲੀਨੀਅਰ ਇੰਡੀਪੈਂਡੈਂਟ ਸ਼ੋ ਕਰਾਵਾਂਗੇ। ਨਾਓ ਟੂ ਸ਼ੋ ਬੀ ਇਜ਼ ਲੀਨੀਅਰ ਇੰਡੀਪੈਂਡੈਂਟ ਕੰਸੀਡਰ alpha 1 into first element, alpha 2 into second element, alpha 3 1 minus 1 minus 1 is equal to 0। so equating elements ਜਾਂ ਕਹਿ ਲਓ component, equating components, okay, alpha 1 plus 0 plus minus alpha 3, alpha 1 plus alpha 2 minus alpha 3 is equal to 0। ਤੁਸੀਂ ਇਹਨਾਂ ਨੂੰ ਸਿੰਪਲੀਫਾਈ ਕਰਿਓ, ਸਿੰਪਲੀਫਾਈ ਵੀ ਕਰ ਸਕਦੇ ਹਾਂ, ਤੁਹਾਡੇ ਕੋਲ ਡਾਇਰੈਕਟ ਅਲਫਾ 1 ਵੀ 0 ਆ ਜਾਏਗਾ, ਅਲਫਾ 2 ਵੀ 0 ਆ ਜਾਏਗਾ, ਅਲਫਾ 3 ਵੀ 0 ਆ ਜਾਏਗਾ, ਅਤੇ ਤੁਸੀਂ ਇਹ ਕਹਿ ਸਕਦੇ ਆ ਸੋ ਬੀ ਇਜ਼ ਲੀਨੀਅਰਲੀ ਇੰਡੀਪੈਂਡੈਂਟ। ਉਹ ਕਿਸ ਤਰੀਕੇ ਮੈਨੂੰ ਪਤਾ ਚੱਲਿਆ, ਜੇ ਮੈਂ ਇਹ ਮਾਈਨਸ ਕਰਦਾ ਦੋ ਇਕੁਏਸ਼ਨਸ ਨੂੰ, ਅਲਫਾ 2 0 ਆ ਜਾਣਾ, ਉਸ ਅਲਫਾ 2 ਨੂੰ ਤੁਸੀਂ 0 ਜਦੋਂ ਪੁੱਟ ਕਰੋਗੇ ਇਹਨਾਂ ਇਕੁਏਸ਼ਨ ਦੇ ਵਿੱਚ ਸਿੰਪਲੀਫਾਈ ਕਰਕੇ ਸਾਰੇ 0 ਆ ਜਾਣਗੇ। ਇਸ ਤਰੀਕੇ ਵੀ ਕਰ ਸਕਦੇ ਸੀ, ਇਸ ਤਰੀਕੇ ਨਹੀਂ ਕਰਨਾ ਤਾਂ ਤੁਸੀਂ ਇਹਨੂੰ ਮੈਟ੍ਰਿਕਸ ਫਾਰਮ 'ਚ ਲਿਖ ਕੇ ਵੀ ਕਰ ਸਕਦੇ ਆ। ਸੋ ਮੈਟ੍ਰਿਕਸ ਫਾਰਮ 'ਚ ਲਿਖੋਗੇ, ਮੈਟ੍ਰਿਕਸ ਫਾਰਮ 'ਚ ਲਿਖਣ ਤੋਂ ਬਾਅਦ ਥੋੜ੍ਹਾ ਸ਼ਾਰਟਕਟ ਇਹ ਹੋ ਜਾਏਗਾ, ਇਹ ਹੋ ਜਾਏਗਾ ਐਕਸ, ਇਹ ਹੋ ਜਾਏਗਾ 0। ਸੋ ਫਿਰ ਤੁਸੀਂ ਏ ਦਾ ਡਿਟਰਮੀਨੈਂਟ ਕੈਲਕੂਲੇਟ ਕਰੋਗੇ, ਏ ਦਾ ਡਿਟਰਮੀਨੈਂਟ ਕੈਲਕੂਲੇਟ ਕਰੋਗੇ। ਸੋ ਉਹ ਕੀ ਆਏਗਾ, ਸੋ ਏ ਦਾ ਡਿਟਰਮੀਨੈਂਟ ਆ ਜਾਏਗਾ ਸਾਡੇ ਕੋਲ, ਸਿੰਪਲੀਫਾਈ ਕਰੋਗੇ ਤਾਂ ਤੁਹਾਡੇ ਕੋਲ ਆ ਜਾਏਗਾ ਨੌਨ ਜ਼ੀਰੋ ਆਏਗਾ, ਸਿੰਪਲੀਫਾਈ ਕਰਕੇ ਦੇਖ ਲੈਣਾ। ਸੋ ਦੈਟਸ ਵਾਈ ਬੀ ਇਜ਼ ਲੀਨੀਅਰਲੀ ਇੰਡੀਪੈਂਡੈਂਟ। ਜੇ ਬੀ ਲੀਨੀਅਰ ਇੰਡੀਪੈਂਡੈਂਟ ਆ ਤਾਂ ਮੈਂ ਇਹ ਕਹਿ ਚੁੱਕਿਆ ਬੀ ਫॉर्म ਬੇਸਿਸ ਇਫ ਐਂਡ ਓਨਲੀ ਇਫ ਬੀ ਇਜ਼ ਲੀਨੀਅਰ ਇੰਡੀਪੈਂਡੈਂਟ ਵਿਚ ਇੰਪਲਾਈਜ਼ ਬੀ ਫॉर्म ਬੇਸਿਸ। ਨਾਓ ਸੈਕਿੰਡ ਪਾਰਟ, ਹੁਣ ਅਸੀਂ ਕਰਾਂਗੇ ਸੈਕਿੰਡ ਪਾਰਟ, ਇਸ ਐਲੀਮੈਂਟ ਨੂੰ ਐਕਸਪ੍ਰੈਸ ਕਰਨਾ ਐਜ਼ ਏ ਲੀਨੀਅਰ ਕੰਬੀਨੇਸ਼ਨ ਆਫ ਥੀਜ਼ ਐਲੀਮੈਂਟਸ। ਨਾਓ ਨੈਕਸਟ ਪਾਰਟ second, consider minus 3 5 7 is equal to beta 1 into first element, beta 2 into second element, beta 3 into third element, okay, equating components, so minus 3 beta 1 beta 2 beta 3, 5 is equal to beta 1 0 minus beta 2, 7 is equal to beta 1 plus beta 2 and minus beta 3, okay। ਇਹਨਾਂ ਨੂੰ ਸਿੰਪਲੀਫਾਈ ਕਰਕੇ ਬੀਟਾ 1 ਬੀਟਾ 2 ਅਸੀਂ ਕੈਲਕੂਲੇਟ ਕਰਾਂਗੇ, ਇਕੁਏਸ਼ਨ ਨੰਬਰ ਸੈਕਿੰਡ, ਇਕੁਏਸ਼ਨ ਨੰਬਰ ਥਰਡ, ਓਕੇ, ਇਕੁਏਸ਼ਨ ਨੰਬਰ ਥਰਡ। ਨਾਓ ਹਾਂਜੀ, ਸਭ ਤੋਂ ਪਹਿਲਾਂ ਕੀ ਕਰੋ, ਇੱਥੇ ਬੀਟਾ 3, ਤੁਸੀਂ ਬੀਟਾ 3 ਨੂੰ ਐਲੀਮੀਨੇਟ ਕਰ ਲਓ, ਐਲੀਮੀਨੇਟਿੰਗ ਬੀਟਾ 3 ਕਿਸ ਤਰੀਕੇ ਕਰੋਗੇ, ਇਹਨਾਂ ਨੂੰ ਐਡ ਕਰ ਲਓ, ਫਸਟ ਪਲੱਸ ਸੈਕਿੰਡ, ਮਤਲਬ ਇੱਕ ਸਿਸਟਮ ਦੇ ਨਾਲ ਚੱਲੋ। ਬੀਟਾ 3 ਨੂੰ ਐਲੀਮੀਨੇਟ ਕਰਨਾ, ਇਹ ਸਾਡਾ ਤੁਸੀਂ ਲਿਖ ਸਕਦੇ ਹੋ ਐਲੀਮੀਨੇਟਿੰਗ ਬੀਟਾ 3। ਕੀ ਕਰ ਰਿਹਾ ਮੈਂ, ਫਸਟ ਪਲੱਸ ਸੈਕਿੰਡ ਨੂੰ ਐਡ ਕਰ ਰਿਹਾ, ਤਾਂ ਆ ਜਾਏਗਾ ਮੇਰੇ ਕੋਲ 2 ਬੀਟਾ 1 ਪਲੱਸ ਬੀਟਾ 2, ਓਕੇ। ਨਵੀਂ ਇਕੁਏਸ਼ਨ ਮਿਲ ਗਈ, 3 ਇਕੁਏਸ਼ਨ ਸੀ, ਹੁਣ 2 ਰਹਿ ਜਾਣਗੀਆਂ, 4th ਇਕੁਏਸ਼ਨ ਹੋ ਗਈ। ਨਾਓ ਹੁਣ ਕਰੋ ਇਕੁਏਸ਼ਨ ਨੰਬਰ ਫਸਟ ਪਲੱਸ ਇਕੁਏਸ਼ਨ ਨੰਬਰ ਥਰਡ, ਚਾਹੇ ਇਹਨਾਂ ਨੂੰ ਸਬਟਰੈਕਟ ਕਰ ਦਿਓ, ਮੀਨਿੰਗ ਸੇਮ ਆ, ਉਹ ਵੀ ਕਰ ਸਕਦੇ ਹਾਂ ਅਸੀਂ, ਚਾਹੇ ਸਬਟਰੈਕਟ ਕਰ ਦਿਓ। ਕੀ ਕਰੋਗੇ, ਇਕੁਏਸ਼ਨ ਨੰਬਰ 3 ਮਾਈਨਸ ਇਕੁਏਸ਼ਨ ਨੰਬਰ 2, ਇਹਨੂੰ ਅਸੀਂ ਐਲੀਮੀਨੇਟ ਕਰਨਾ ਤਾਂ ਕੀ ਹੋ ਜਾਏਗਾ, 7 ਮਾਈਨਸ 5 2 ਬੀਟਾ 1 0 ਪਲੱਸ ਬੀਟਾ 2। ਸੋ ਇਹ ਹੋ ਗਈ ਇਕੁਏਸ਼ਨ ਨੰਬਰ 5, 2 ਇਕੁਏਸ਼ਨਸ ਰਹਿ ਗਈਆਂ।
ਇਹਨਾਂ ਨੂੰ ਹੁਣ ਸਿੰਪਲੀਫਾਈ ਕਰਕੇ ਇੱਕ ਇਕੁਏਸ਼ਨ ਰਹਿ ਜਾਏਗੀ ਫਰਦਰ। ਸੋ 5 ਇੰਪਲਾਈਜ਼ ਬੀਟਾ 2 ਇਜ਼ 2 ਓਕੇ ਪੁੱਟ ਇਨ 4 ਨੰਬਰ ਇਕੁਏਸ਼ਨ 'ਚ ਪੁੱਟ ਕਰੋਗੇ ਬੀਟਾ 2 ਦੀ ਵੈਲਿਊ ਨੂੰ तो आ जाएगी 2 इधर लिख लेने ਆਪਾਂ हाँ जी इत्थे पुट कर रहे हैं 2 इज़ इक्वल टू 2 बीटा 1 बीटा 2 इज़ 2 प्लस 2 सो बीटा 1 की वैल्यू मिल गई 0 सो पुट इन इन्हां चों किसी एक इक्वेशन च पुट कर दो चाहे फस्ट में ही कर दो किसी भी किया जा सकता नो इशू। सो बीटा 1 कैलकुलेट किया होया 0 आ गया प्लस बीटा 2 की वैल्यू 2 प्लस बीटा 3 कैलकुलेट करना बीटा 3 करना कैलकुलेट सो बीटा 3 की वैल्यू मिल गई -5। सो कोआर्डीनेटर वैक्टर्स आर कोआर्डीनेट वैक्टर्स आर की फाइंड कर लिया असी बीटा 1 इज़ 0 बीटा 2 इज़ 2 कोई मिसटेक हुई हो तो तुसी आप देख लेना बीटा 3 इज़ -5। सो ये आ मेरे कोआर्डीनेट वैक्टर इन्हों इत्थे पुट भी किया जा सकता सो वो इन्हों का बन जाएगा लीनियर कंबीनेशन। सो आंसर तो नहीं गिवन उम्मीद करदा कि आंसर यही होएगा उम्मीद करदा ये भी कि तुहानूं समझ भी आ चुकी होएगी। सो इस तरीके असीं बाकी क्वेश्चन भी करांगे। सो मैं एक बार फिर ये दस देवां कि मैं PDF अपलोड कर रहा किसी सॉफ्टवेयर दे किसी सॉफ्टवेयर की हेल्प के नाल सो तुसीं उन्हां नूं डाउनलोड करके अपने नोट्स प्रिपेयर कर सकते हैं। पहले डाउनलोड कर लो फिर उन्होंने तुसीं प्रिंट कढ़ लो ये तुहानूं सारे कंप्लीट नोट्स मिल जाएंगे। क्वेश्चन तो मैं विचों विच करवा रहा तो जो मेरी PDF दे विच हर एक क्वेश्चन का सलूशन होएगा हर एक क्वेश्चन का प्लस सम एग्जाम्पल्स भी होणगियां। सो वो तुसीं जरूर डाउनलोड करियो तो अपने नोट्स कंप्लीट करो तुहाडा बहुत टाइम बचेगा तो तुहाडा जिहड़े डाउट्स आ वो भी क्लीयर होणगे। सो जे लैक्चर ठीक लग्या होवे तो लाइक जरूर करियो चैनल नूं सबसक्राइब भी जरूर करियो तो जे नहीं पसंद आया तो भावें लाइक ना करियो कमेंट करके दसियो कमेंट करके जरूर दसियो कि वीडियो चंगी लगी जां नहीं लगी। दूसरी गल ये भी दसियो कि जे तुसीं डाउनलोड करते पे आ उस तो बाद किहड़ी एक्सरसाइज अपलोड करा तुहाडी रिक्वायरमेंट किहड़ी आ किहड़ी मैं PDF अपलोड पहले करा क्योंकि एक दिन च तो मैं कर नहीं सकता सारियां अपलोड। स्टिल मैं जे मैं तुहाडी क्लास की गल करा तो मैं एक्सरसाइज 2B 2C ते 2E ये मैं अपलोड कर चुके हैं। ये तुसीं डाउनलोड कर सकते हैं इन्हां दे नाल रिलेटेड जो PDF है। सो अज का लैक्चर इत्थे ही खत्म होंदा। थैंक यू।